ਪਹਿਲਾਂ ਇਹ ਦੱਸੋ ਵੀ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੜੀ ਹੈ? ਤੁਸੀਂ ਬਿਨਾਂ ਪੈਸੇ ਤੋਂ ਕਹਦੇ ਹੋ ਵੀ ਬਾਹਰ ਦਿੰਦੇ ਹੋ, ਇਹ ਤਾਂ ਲੋਕਾਂ ਨੂੰ ਪਤਾ ਲੱਗਦਾ ਵੀ ਤੁਸੀਂ ਠੱਗਦੇ ਹੋ ਲੋਕਾਂ ਨੂੰ। ਇਹ ਤਾਂ ਸਾਹਮਣੇ ਤੁਸੀਂ ਕੈਮਰੇ ਅੱਗੇ ਕਹਿ ਰਹੇ ਹੋ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੈਂ ਪੂਰੇ ਪੰਜਾਬ ਦੇ ਵਿੱਚ ਘੁੰਮਦਾ, ਤੁਸੀਂ ਮੇਰੇ ਦਫ਼ਤਰ ਦੇ ਵਿੱਚ ਕਹਿ ਕੇ ਮੈਨੂੰ ਠੱਗ ਕਹੀ ਜਾਂਦੇ ਹੋ। ਪਹਿਲੀ ਗੱਲ ਤਾਂ ਤੁਸੀਂ ਖੁਦ ਕਹਿ ਰਹੇ ਹੋ ਨਾ ਵੀ ਮੈਂ ਤਾਂ ਬਿਨਾਂ ਪੈਸੇ ਮੈਂ ਕਿਸ਼ਤਾਂ 'ਚ ਬਾਹਰ। ਮੈਂ ਗੱਲ ਠੱਗੀ ਦੀ ਕੀਤੀ ਨਹੀਂ, ਮੈਂ ਪੈਸੇ ਦੇ ਰਿਹਾ। ਮੈਂ ਕਦੋਂ ਕਿਹਾ ਮੈਂ ਤੁਸੀਂ ਮੈਨੂੰ ਪੈਸੇ ਦਿਓ? ਮੈਂ ਤਾਂ ਤੁਹਾਨੂੰ ਇਹ ਕਿਹਾ ਮੈਂ ਪੈਸੇ ਮੈਂ ਦੇਊਂ, ਤੁਸੀਂ ਮੈਨੂੰ ਕਿਸ਼ਤਾਂ ਦੇ ਵਿੱਚ ਪੈਸੇ ਵਾਪਸ ਦੇ ਦਿਓ। ਮੈਂ ਤਾਂ ਸਗੋਂ ਕੈਮਰੇ ਤੇ ਕਹੀਏ ਨਾ ਪੈਸੇ ਤੁਹਾਨੂੰ ਮੈਂ ਦੇ ਦੂੰ, ਤੁਸੀਂ ਆ ਜਾਓ, ਨੰਬਰ ਵਧੀਆ ਲੈ ਕੇ ਆ ਜਾਓ, ਬੈਂਡ ਸਕੋਰ ਚੰਗੇ ਲੈ ਕੇ ਆ ਜਾਓ, ਕਿਸ਼ਤਾਂ ਦੇ ਵਿੱਚ ਤੁਸੀਂ ਮੈਨੂੰ ਪੈਸੇ ਵਾਪਸ ਕਰ ਦਿਓ। ਅਨਸਿਕਿਉਰਡ ਅਸੀਂ ਐਜੂਕੇਸ਼ਨ ਲੋਨ ਕਰਦੇ ਹਾਂ, ਜਿਹੜਾ ਕਿ ਤੁਸੀਂ 5 ਤੋਂ 7 ਤੋਂ 10 ਸਾਲਾਂ ਦੇ ਵਿੱਚ ਵਾਪਸ ਕਰਨਾ ਹੁੰਦਾ ਹੈ। ਵੱਖਰਾ ਟੰਡਿਓਰ ਬਣਦਾ ਹੁੰਦਾ। 8 ਲੱਖ ਰੁਪਏ ਦੇਤਾ ਐਜੂਕੇਸ਼ਨ ਲੋਨ ਤੇ ਬੱਚਾ ਬਾਹਰ ਚਲਾ ਜਾਂਦਾ ਵਿਦੇਸ਼ ਦੇ ਵਿੱਚ, ਕਿੰਨੇ ਸਾਲਾਂ ਦੀ EMI ਹੈ, ਕਿੰਨੇ ਪੈਸੇ ਬਣਨਗੇ? ਅਸੀਂ ਅਨਸਿਕਿਉਰਡ ਐਜੂਕੇਸ਼ਨ ਲੋਨ ਵਿਦਆਊਟ ਇੰਟਰਸਟ ਪੈਸੇ ਦੇ ਦੇਵਾਂਗੇ, ਯਾਨੀ ਕਿ ਜੋ ਤੁਸੀਂ ਪੈਸੇ ਸਾਡੇ ਤੋਂ ਲਓਗੇ ਉਨੇ ਹੀ ਵਾਪਸ ਕਰਨੇ ਆ। ਬਹੁਤ ਵੱਡੀ ਗੱਲ ਤੁਹਾਡੇ ਚੈਨਲ ਤੇ ਕਹਿ ਰਹੇ ਕਿ ਤੁਸੀਂ ਗਾਰੰਟੀ ਦਿੰਦੇ ਹੋ ਕਿ ਵੀਜ਼ਾ ਲੱਗੂਗਾ 100%? ਅਸੀਂ ਕਿਸੇ ਦੇ ਲਾਇਰ ਤੇ ਜ਼ਰੂਰ ਬਣ ਸਕਦੇ ਹਾਂ, ਪਰ ਜੇ ਤੁਸੀਂ ਕਹੋ ਕਿ ਉਸ ਬੰਦੇ ਦੀ ਫਾਈਲ ਤੇ ਜੱਜਮੈਂਟ ਦੇ ਦਈਏ, ਉਹਦਾ ਅਧਿਕਾਰ ਸਾਡੇ ਕੋਲ ਨਹੀਂ ਹੈ। ਕੋਈ ਕੰਸਲਟੈਂਟ ਇਹ ਗੱਲ ਦਾਅਵਾ ਕਰਦਾ ਕਿ ਅਸੀਂ ਜੀ ਤੁਹਾਨੂੰ 100% ਵੀਜ਼ਾ ਦੇ ਦਾਂਗੇ, ਦੈਟ ਇਜ਼ ਕੰਪਲੀਟਲੀ ਰੋਂਗ। ਤੁਸੀਂ ਅੰਦਰ ਗੱਲ ਇੱਕ ਸੁਣਾ ਵੀ ਦੇ ਸੀ ਕਿ ਇੱਕ ਲੜਕੀ ਬਾਹਰ ਜਾਂਦੀ ਹੈ ਕੈਨੇਡਾ ਦੇ ਵਿੱਚ, ਤੁਸੀਂ ਉਹਦੀ EMI ਲੈਦੇ ਹੋ 11,500 ਰੁਪਈਆ। ਬਿਲਕੁਲ। ਘੱਟੋ ਘੱਟ ਕਿੰਨੇ ਮੰਥਲੀ ਤੁਹਾਨੂੰ ਪੈਸੇ ਦੇਣੇ ਪੈਣੇ ਨੇ? ਕਿੰਨੀ EMI ਹੈ? ਕੋਈ 11,000 ਤੋਂ ਘੱਟ ਵੀ ਹੈਗੀ ਹੈ ਕਿ 9,000 8,000 ਹੈਗੀ ਹੈ ਕਿ ਜ਼ਿਆਦਾ ਵੀ ਹੈਗੀ ਹੈ? ਦੇਖੋ ਸਾਡੀ EMI ਮੈਂ ਤੁਹਾਨੂੰ ਦੱਸ ਰਿਹਾ ਕਿ ਬੜੀ ਨੋਮੀਨਲ ਜੀ ਹੁੰਦੀ ਆ, 10 ਤੋਂ 11,000, 11 ਤੋਂ 12,000 ਰੁਪਏ। ਕੋਈ ਕੇਸ ਹੋਊਗਾ ਮੈਕਸਿਮਮ 15 ਤੱਕ ਜਾਂਦੀ ਹੈ ਪਰ ਮੰਥ। ਹਾਂਜੀ, ਪਰ ਮੰਥ। ਸਮਾਨ ਲੈਂਦੇ ਸੁਣਿਆ ਸੀ, ਕਹਿੰਦੇ AC ਲੈ ਲਓ, ਗੱਡੀ ਲੈ ਲਓ, ਪਰ ਤੁਸੀਂ ਤਾਂ ਕਿਸ਼ਤਾਂ ਦੇ ਵਿੱਚ ਹੀ ਬਾਅਦ ਬੱਚਿਆਂ ਨੂੰ ਭੇਜਦੇ ਹੋ ਵਿਦੇਸ਼ਾਂ 'ਚ। ਬਿਲਕੁਲ ਭੇਜ ਰਿਹਾ ਜੀ। ਤੁਸੀਂ ਮੇਰੇ Facebook ਚੈੱਕ ਕਰੋ, ਮੇਰੇ YouTube ਚੈਨਲ ਚੈੱਕ ਕਰੋ, ਉੱਥੇ ਤੁਹਾਨੂੰ ਬੱਚੇ ਬਥੇਰੇ ਮਿਲ ਜਾਣਗੇ ਜਿਨ੍ਹਾਂ ਤੋਂ ਤੁਸੀਂ ਸੁਣ ਸਕਦੇ ਹੋ ਕਿ ਉਹਨਾਂ ਦੇ ਸਾਡੀ ਕੰਪਨੀ ਦੇ ਬਾਰੇ ਕੀ ਰਿਵਿਊ ਆ, ਉਹਨਾਂ ਨੂੰ ਅਸੀਂ ਸਰਵਿਸ ਦਿੱਤੀ ਆ ਜਾਂ ਨਹੀਂ ਦਿੱਤੀ। ਠੀਕ ਆ, ਹਰ ਇੱਕ ਕਿੱਤੇ ਦੇ ਵਿੱਚ ਠੱਗ ਬੈਠੇ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਿਹੜੇ ਕਾਰੋਬਾਰ ਦੇ ਵਿੱਚ ਠੱਗ ਨਹੀਂ ਆ? ਮੈਂ ਉਹਨਾਂ ਜਵਾਕਾਂ ਨੂੰ ਵੀ ਬਾਹਰ ਭੇਜਿਆ ਵੀਰ ਮੇਰੇ ਕਿ ਜਿਨ੍ਹਾਂ ਦੇ ਘਰੇ ਬਾਹਰ ਜਾਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ, ਰੋਟੀ ਵੀ ਨਹੀਂ ਪੱਕਦੀ ਸੀ। ਮੈਂ ਕਿਸ਼ਤਾਂ ਦੇ ਵਿੱਚ ਪੈਸੇ ਲੈਣਾ। ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਤੋਂ ਫੀਸ ਆਫਟਰ ਵੀਜ਼ਾ ਲਊਂਗਾ, ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਤੋਂ ਜੀ ਤੁਹਾਡੇ ਤੋਂ 15 ਲੱਖ ਰੁਪਏ ਚਾਰਜ ਕਰ ਲੂੰਗਾ ਜਦੋਂ ਤੁਹਾਡਾ ਵੀਜ਼ਾ ਆ ਗਿਆ। ਪੰਜਾਬ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਜਾਣ ਦਾ ਬਹੁਤ ਜ਼ਿਆਦਾ ਕਰੇਜ ਹੈ, ਨੌਕਰੀਆਂ ਦੀ ਵੀ ਸਮੱਸਿਆਵਾਂ ਨੇ, ਤਾਂ ਬੱਚੇ ਬਾਹਰ ਜਾ ਕੇ ਇੱਕ ਸੁਨਹਿਰੇ ਭਵਿੱਖ ਦੀ ਆਸ ਕਰਦੇ ਨੇ, ਪਰ ਉਸ ਆਸ ਉੱਤੇ ਕਦੇ ਕਦੇ ਪਾਣੀ ਵੀ ਫਿਰ ਜਾਂਦਾ ਹੈ। ਅਸੀਂ ਸਮੇਂ ਮੌਜੂਦ ਹਾਂ BB ਕੌਂਸਲ ਸੈਕਟਰ 17 ਦੇ ਵਿੱਚ। SCO ਜਿਨ੍ਹਾਂ ਦਾ 69 ਯਾਨੀ ਕਿ 69 ਹੈ, ਇਹਨਾਂ ਕੋਲ ਆਏ ਆ। ਇਮੀਗ੍ਰੇਸ਼ਨ ਦੇ ਬਹੁਤ ਚੱਲਦੇ ਨੇ, ਬਾਹਰ ਜਾਣ ਦੇ ਨਾਮ ਤੇ ਠੱਗੀਆਂ ਵੱਜਦੀਆਂ ਨੇ। ਠੱਗੀਆਂ ਦੇ ਕਾਰਨ ਕਈਆਂ ਨੇ ਆਤਮ ਹੱਤਿਆ ਵੀ ਕਰ ਲਈ ਹੈ, ਪਰਿਵਾਰ ਜਿਹੜੇ ਨੇ ਬਿਖਰ ਵੀ ਗਏ ਨੇ, ਪਰ ਫਿਰ ਵੀ ਇਮੀਗ੍ਰੇਸ਼ਨ ਆਪਣੀ ਇਸ ਚੀਜ਼ਾਂ ਤੋਂ ਬਾਜ ਵੀ ਨਹੀਂ ਆਉਂਦਾ। ਕਈ ਇਮੀਗ੍ਰੇਸ਼ਨ ਵਾਲੇ ਇਹੋ ਜਿਹੇ ਵੀ ਨੇ ਜੋ ਸਹੀ ਫਾਈਲ ਲਗਾ ਕੇ ਬੱਚੇ ਨੂੰ ਬਾਹਰ ਹੀ ਪਹੁੰਚਾ ਦਿੰਦੇ ਨੇ, ਪਰ ਕਈ ਲੋਕਾਂ ਨਾਲ ਠੱਗੀ ਵੀ ਹੋ ਜਾਂਦੀ ਹੈ। ਅੱਜ ਅਸੀਂ ਆਏ ਹਾਂ BB ਕੌਂਸਲ ਦੇ ਦਫ਼ਤਰ ਦੇ ਵਿੱਚ ਤੇ ਮੁਲਾਕਾਤ ਕਰਾਵਾਂਗੇ ਰਵੀ ਜੀ ਨਾਲ। ਰਵੀ ਸਾਹਿਬ ਜੋ ਕਿ ਇਸ BB ਕੌਂਸਲ ਦੇ ਓਨਰ ਨੇ, ਗੱਲਬਾਤ ਕਰਾਂਗੇ ਕਿ ਉਹਨਾਂ ਕੋਲ ਇਹੋ ਜਿਹਾ ਕੀ ਖਾਸ ਹੈ ਜਿਸ ਕਰਕੇ ਬੱਚੇ ਇਹਨਾਂ ਦੇ ਕੋਲ ਆਉਣ। ਫੋਨ ਕਰਕੇ ਇਹਨਾਂ ਨੇ ਬੁਲਾਇਆ, ਇੱਥੇ ਦੱਸ ਰਹੇ ਸੀ ਕੀ ਸਰਵਿਸ ਦੇਣਾ ਚਾਹੁੰਦੇ ਨੇ। ਇਹ ਵੀ ਜ਼ਿਕਰ ਕਰ ਰਹੇ ਸੀ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਵੀ ਇਹ ਬੱਚੇ ਨੂੰ ਵਿਦੇਸ਼ ਵਿੱਚ ਭੇਜ ਸਕਦੇ ਨੇ। ਹੁਣ ਕਿਹੜੀ ਇਹਨਾਂ ਕੋਲ ਜਾਦੂ ਦੀ ਛੜੀ ਇਹੋ ਜਿਹੀ ਮੌਜੂਦ ਹੈਗੀ ਹੈ, ਬਿਨਾਂ ਪੈਸਿਆਂ ਤੋਂ ਵੀ ਇਹ ਬੱਚੇ ਨੂੰ ਬਾਹਰ ਭੇਜ ਦਿੰਦੇ ਨੇ। ਕਿਵੇਂ ਪੈਸੇ ਲੈਂਦੇ ਨੇ ਕਿਸ਼ਤਾਂ ਦੇ ਵਿੱਚ, ਜੇ ਪੂਰੇ ਪੈਸੇ ਜਾਂ ਫੁੱਲ ਪੇਮੈਂਟ ਨਹੀਂ ਕਰ ਪਾਉਂਦੇ ਉਸ ਬਾਅਦ ਕਿਵੇਂ ਕਿਸ਼ਤਾਂ ਬਣਦੀਆਂ ਨੇ। ਐਜੂਕੇਸ਼ਨ ਲੋਨ ਦੀ ਵੀ ਗੱਲ ਕਰਾਂਗੇ। ਔਰ ਸਭ ਤੋਂ ਪਹਿਲਾਂ ਸਵਾਲ ਇੱਕ ਅਹਿਮ ਇਹ ਹੋ ਜਾਂਦਾ ਕਿ ਠੱਗੀ ਤਾਂ ਨਹੀਂ ਕਰਦੇ। ਵੀਡੀਓ ਤੁਸੀਂ ਪੂਰੀ ਦੇਖ ਲੈਣਾ। ਉਹ ਦੇਖਣ ਤੋਂ ਪਹਿਲਾਂ ਫੋਨ ਕਾਲ ਕਰਕੇ ਸਲਾਹ ਲੈ ਲੈਣਾ, ਆਪਦੀ ਤਸੱਲੀ ਕਰ ਲੈਣਾ ਕਿ ਵਾਕਈ ਸਹੀ ਫਾਈਲ ਲਗਾਉਂਦੇ ਨੇ। ਇਹ ਸਹੀ ਤਸੱਲੀ ਕਰਨਾ ਤੁਹਾਡਾ ਕੰਮ ਹੈ। ਰਵੀ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਜਿਨ੍ਹਾਂ ਨੇ ਅੱਜ ਖਾਸ ਆਪਣੇ ਦਫ਼ਤਰ ਵਿੱਚ ਬੁਲਾ ਕੇ, ਆਪਣੇ ਆਫਿਸ ਵਿੱਚ ਬੁਲਾ ਕੇ ਜੋ ਸਰਵਿਸ ਦਿੰਦੇ ਨੇ ਉਹ ਦੱਸਣ ਲਈ, ਜਾਂ ਤੁਹਾਨੂੰ ਦੱਸਣਗੇ ਵੀ ਕਿੱਥੇ ਉਹ ਖਰਾ ਉਤਰਦੇ ਨੇ। ਰਵੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਤੇ। ਪੰਜਾਬ ਨਿਊਜ਼ ਦੀ ਸਾਰੀ ਟੀਮ ਨੂੰ ਪਹਿਲਾਂ ਤਾਂ ਪਿਆਰ ਭਰਾ ਸਤਿ ਸ਼੍ਰੀ ਅਕਾਲ, ਉਹਨਾਂ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿੱਥੋਂ ਤੱਕ ਬਾਈ ਜੀ ਗੱਲ ਹੈਗੀ ਹੈ ਠੱਗੀ ਦੀ, ਠੀਕ ਹੈ, ਹਰ ਇੱਕ ਕਿੱਤੇ ਦੇ ਵਿੱਚ ਠੱਗ ਬੈਠੇ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਿਹੜੇ ਕਾਰੋਬਾਰ ਦੇ ਵਿੱਚ ਠੱਗ ਨਹੀਂ ਆ?
ਸਾਡੀ ਸਰਵਿਸ ਲੋਕ ਜਾਣਦੇ ਆ, ਅਸੀਂ ਕੀ ਵੇਚਦੇ ਆ, ਕੀ ਵੇਚਿਆ, ਕੀ ਡਿਲੀਵਰ ਕੀਤਾ। ਕਿਸੇ ਵੀ ਪ੍ਰਮੋਸ਼ਨ ਦਾ ਫਾਇਦਾ ਤਾਂ ਹੁੰਦਾ ਜੇ ਅਸੀਂ ਉਹਨੂੰ ਡਿਲੀਵਰ ਚੰਗੀ ਤਰ੍ਹਾਂ ਕਰਦੇ ਆ, ਲੋਕਾਂ ਤੱਕ ਪਹੁੰਚਾਉਣੇ ਆ। ਸਾਰਿਆਂ ਨੂੰ ਪਤਾ ਸੀ ਤੋਂ ਸ਼ੁਰੂਆਤ ਕੀਤੀ ਸੀ ਕਿ ਅਸੀਂ ਕਿਹਾ ਸੀ ਕਿ ਤੁਹਾਨੂੰ ਐਜੂਕੇਸ਼ਨ ਲੋਨ ਕਰਾਂਗੇ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਰੋਟੀ, ਮੈਂ ਉਹਨਾਂ ਜਵਾਕਾਂ ਨੂੰ ਵੀ ਬਾਹਰ ਭੇਜਿਆ ਵੀਰ ਮੇਰੇ ਕਿ ਜਿਨ੍ਹਾਂ ਦੇ ਘਰੇ ਬਾਹਰ ਜਾਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ, ਰੋਟੀ ਵੀ ਨਹੀਂ ਪੱਕਦੀ ਸੀ। ਤੁਸੀਂ ਮੇਰੇ ਫੇਸਬੁੱਕ ਚੈਨਲ ਦੇਖ ਸਕਦੇ ਹੋ, ਫੇਸਬੁੱਕ ਤੇ ਲੋਕਾਂ ਦੀਆਂ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਨੂੰ ਮੈਂ ਪੈਸੇ ਦੇ ਕੇ ਪੱਲਿਓਂ ਭੇਜਿਆ। ਮੈਂ ਕਿਸ਼ਤਾਂ ਦੇ ਵਿੱਚ ਪੈਸੇ ਲੈਣਾ, ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਤੋਂ ਫੀਸ ਆਫਟਰ ਵੀਜ਼ਾ ਲਊਂਗਾ, ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਤੋਂ ਜੀ ਤੁਹਾਡੇ ਤੋਂ 15 ਲੱਖ ਰੁਪਏ ਚਾਰਜ ਕਰ ਲੂੰਗਾ ਜਦੋਂ ਤੁਹਾਡਾ ਵੀਜ਼ਾ ਆ ਗਿਆ। ਸਾਰਿਆਂ ਨਾਲੋਂ ਵੱਡੀ ਜਿਹੜੀ ਗੱਲ ਇਹ ਹੈਗੀ ਹੈ ਕਿ ਅੱਜ ਸਾਡੀ ਕੰਪਨੀ ਦਾ ਮਕਸਦ ਇਹ ਆ ਕਿ ਅਸੀਂ ਉਹਨਾਂ ਜਵਾਕਾਂ ਨੂੰ ਵਿਦੇਸ਼ ਭੇਜਣਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ, ਤੇ ਅਸੀਂ ਡਿਲੀਵਰ ਕਰ ਰਹੇ ਹਾਂ। ਕਾਰਨ ਕੀ ਆ? ਮੈਂ ਇਸ ਸਵਾਲ ਤੇ ਵੀ ਆਉਂਗਾ। ਪਹਿਲਾਂ ਇਹ ਦੱਸੋ ਵੀ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੜੀ ਹੈ? ਤੁਸੀਂ ਬਿਨਾਂ ਪੈਸੇ ਤੋਂ ਕਹਦੇ ਹੋ ਵੀ ਬਾਹਰ ਜਾਂਦੇ ਹੋ, ਇਹ ਤਾਂ ਲੋਕਾਂ ਨੂੰ ਪਤਾ ਲੱਗਦਾ ਵੀ ਤੁਸੀਂ ਠੱਗਦੇ ਹੋ ਲੋਕਾਂ ਨੂੰ। ਇਹ ਤਾਂ ਸਾਹਮਣੇ ਤੁਸੀਂ ਕੈਮਰੇ ਅੱਗੇ ਕਹਿ ਰਹੇ ਹੋ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੈਂ ਪੂਰੇ ਪੰਜਾਬ ਦੇ ਵਿੱਚ ਘੁੰਮਦਾ, ਤੁਸੀਂ ਮੇਰੇ ਦਫ਼ਤਰ ਦੇ ਵਿੱਚ ਖਾ ਕੇ ਮੈਨੂੰ ਠੱਗ ਕਹੀ ਜਾਂਦੇ ਹੋ। ਪਹਿਲੀ ਗੱਲ ਤਾਂ ਤੁਸੀਂ ਖੁਦ ਕਹਿ ਰਹੇ ਹੋ ਨਾ ਵੀ ਮੈਂ ਤਾਂ ਬਿਨਾਂ ਪੈਸੇ ਤੋਂ ਕਿਸ਼ਤਾਂ 'ਚ ਬਾਹਰ। ਮੈਂ ਗੱਲ ਠੱਗੀ ਦੀ ਕੀਤੀ ਨਹੀਂ, ਮੈਂ ਪੈਸੇ ਦੇ ਰਿਹਾ। ਮੈਂ ਕਦੋਂ ਕਿਹਾ ਮੈਂ ਤੁਸੀਂ ਮੈਨੂੰ ਪੈਸੇ ਦਿਓ? ਮੈਂ ਤਾਂ ਤੁਹਾਨੂੰ ਇਹ ਕਿਹਾ ਮੈਂ ਪੈਸੇ ਮੈਂ ਦੇਊਂ, ਤੁਸੀਂ ਮੈਨੂੰ ਕਿਸ਼ਤਾਂ ਦੇ ਵਿੱਚ ਪੈਸੇ ਵਾਪਸ ਦੇ ਦਿਓ। ਹੁਣ ਮੈਨੂੰ ਇਹ ਗੱਲ ਦਾ ਤੁਸੀਂ ਜਵਾਬ ਦਿਓ ਕਿ ਮੈਂ ਇੱਥੇ ਕਿੱਥੇ ਠੱਗੀ ਮਾਰਦਾ ਪਿਆ। ਮੈਂ ਤਾਂ ਸਗੋਂ ਕੈਮਰੇ ਤੇ ਕਹੀਏ ਨਾ ਪੈਸੇ ਤੁਹਾਨੂੰ ਮੈਂ ਦੇ ਦੂੰ, ਤੁਸੀਂ ਆ ਜਾਓ, ਨੰਬਰ ਵਧੀਆ ਲੈ ਕੇ ਆ ਜਾਓ, ਬੈਂਡ ਸਕੋਰ ਚੰਗੇ ਲੈ ਕੇ ਆ ਜਾਓ, ਕਿਸ਼ਤਾਂ ਦੇ ਵਿੱਚ ਤੁਸੀਂ ਮੈਨੂੰ ਪੈਸੇ ਵਾਪਸ ਕਰ ਦਿਓ। ਹੁਣ ਇੱਕ ਮਿੰਟ, ਹੁਣ ਮੇਰੀ ਗੱਲ ਸੁਣ ਲਓ, ਹੁਣ ਮੈਨੂੰ ਇਸ ਗੱਲ ਦਾ ਜਵਾਬ ਦਿਓ ਇੱਥੇ ਠੱਗੀ ਕਿਵੇਂ ਹੋਗੀ। ਨਹੀਂ ਚਲੋ ਠੀਕ ਹੈ, ਹੁਣ ਮੈਂ ਇਸ ਸਵਾਲ ਤੇ ਦੁਬਾਰਾ ਵਾਪਸ ਆਉਂਗੀ। ਇਹ ਦੱਸੋ ਵੀ ਤੁਹਾਡੇ ਕੋਲ ਇਹੋ ਜਿਹੀ ਕੀ ਚੀਜ਼ ਹੈਗੀ ਹੈ, ਕਿਹੜਾ ਮੰਤਰ ਬਾਦਨੇ ਹੋ ਕਿ ਤੁਸੀਂ ਬੱਚੇ ਨੂੰ ਬਾਹਰ ਭੇਜ ਦਿੰਦੇ ਹੋ? ਐਜੂਕੇਸ਼ਨ ਲੋਨ ਦੀ ਤੁਹਾਡੇ ਕੋਲ ਕਿਹੜੀਆਂ ਫੈਸਿਲਿਟੀ ਹੈਗੀਆਂ? ਮੈਂ ਤੁਹਾਨੂੰ ਸਰਵਿਸ ਕੀ ਦਿੰਦੇ ਹੋ? ਆਪਾਂ ਠੱਗੀ ਵਾਲੀ ਗੱਲ ਤੇ ਬਾਅਦ ਚ ਆ ਜਾਵਾਂਗੇ। ਦੇਖੋ ਮੰਤਰ ਬਾਈ ਜੀ ਕੋਈ ਨਹੀਂ ਹੈ, ਮੰਤਰ ਤਾਂ ਪੰਡਤ ਕਰਦੇ ਹੁੰਦੇ ਆ। ਸਾਡੇ ਕੋਲ ਤਾਂ ਜਿਹੜਾ ਕੰਮ ਰੁਪਈਆਂ ਨਾਲ ਹੋਣਾ ਅਸੀਂ ਉਹੀ ਕਰਨਾ। ਇੱਕ ਨੰਬਰ, ਸਾਡੇ ਕੋਲ ਉਹ ਜਵਾਕ ਆਉਣ ਜਿਨ੍ਹਾਂ ਦੇ ਕੋਲ ਨੰਬਰ ਬਹੁਤ ਸੋਹਣੇ ਆ, ਬੈਂਡ ਸਕੋਰ ਬਹੁਤ ਅੱਛੇ ਹੈਗੇ ਆ, ਚਾਹੇ ਤੁਸੀਂ ਰਿਫਿਊਜ਼ ਵੀ ਹੋਏ ਹੋ ਕਿਸੇ ਕੰਟਰੀ ਤੋਂ ਪਹਿਲਾਂ, ਕੋਈ ਪ੍ਰੋਬਲਮ ਨਹੀਂ, ਅਸੀਂ ਦੁਬਾਰਾ ਫਾਈਲ ਤੁਹਾਡੀ ਲਾ ਦੇਵਾਂਗੇ, ਪੈਸੇ ਵੀ ਤੁਹਾਨੂੰ ਦੇ ਦੇਵਾਂਗੇ। ਤੁਸੀਂ ਚਾਹੁੰਦੇ ਹੋ ਕਿ ਅਸੀਂ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋ ਜਾਈਏ ਪਰ ਤੁਹਾਡੇ ਕੋਲ ਪੈਸੇ ਨਹੀਂ, ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ, ਸਾਨੂੰ ਆ ਕੇ ਮਿਲ ਸਕਦੇ ਹੋ, ਅਸੀਂ ਪੈਸੇ ਤੁਹਾਨੂੰ ਦੇ ਦੇਵਾਂਗੇ। ਕੋਈ ਵੀ ਪੈਸੇ ਦੀ ਦੁਰਵਰਤੋਂ ਨਹੀਂ ਕਰਨ ਦੇਵਾਂਗੇ ਅਸੀਂ। ਕਾਰਨ ਕੀ ਹੈ? ਜੇ ਤੁਸੀਂ ਕਹੋਗੇ ਅਸੀਂ ਵਿਦੇਸ਼ ਚਲੇ ਗਏ, ਪੈਸੇ ਤੁਹਾਨੂੰ ਦੇਤੇ, ਅਸੀਂ ਪੈਸੇ ਨਹੀਂ ਦੇਣੇ, ਉਹ ਗਲਤ ਆ। ਤੁਸੀਂ ਜੇ ਪੈਸੇ ਨਹੀਂ ਦਿਓਗੇ ਵਿਦੇਸ਼ ਜਾ ਕੇ, ਤੁਸੀਂ ਕਹੋਗੇ ਅਸੀਂ ਦੇਣੇ ਨਹੀਂ ਹੈਗੇ, ਫਿਰ ਤੁਹਾਡੇ ਤੇ ਉਹ ਐਕਸ਼ਨ ਹੋ ਜਾਣਾ। ਤਰੀਕੇ ਨਾਲ ਡੀਲ ਕਰੋ, ਸਿਸਟਮ ਨਾਲ ਚੱਲਿਓ, ਸੈੱਟ ਵੀ ਹੋ ਜਾਓਗੇ, ਤੁਹਾਡੇ ਘਰ-ਬਾਰ ਵੀ ਸੋਹਣੇ ਬਣ ਜਾਣਗੇ, ਆਪਦੇ ਪਰਿਵਾਰਕ ਮੈਂਬਰਾਂ ਨੂੰ ਸੁੱਖ ਦਾ ਸਾਹ ਵੀ ਦੇ ਦੋਗੇ। ਤੁਹਾਡੇ ਪਰਿਵਾਰਕ ਮੈਂਬਰ ਆਰਥਿਕ ਜਿਹੜੇ ਮੰਦਹਾਲੀ ਦੇ ਨਾਲ ਜੂਝ ਰਹੇ ਆ ਉਹਦੇ 'ਚ ਵੀ ਤੁਸੀਂ ਬਾਹਰ ਕੱਢ ਲਓਗੇ। ਸਾਡਾ ਜਿਹੜਾ ਮੁੱਖ ਉਦੇਸ਼ ਇਹ ਸਰਵਿਸ ਸਟਾਰਟ ਕਰਨ ਦਾ ਇਹੀ ਆ। ਫੈਸਿਲਿਟੀ ਕੀ ਹੈ? ਚਲੋ ਸਪੋਜ਼ ਕਰੋ ਤੁਹਾਡੇ ਕੋਲ ਕੋਈ ਸਟੂਡੈਂਟ ਆ ਗਿਆ, ਉਸਦੇ ਅਕਾਊਂਟ ਵਿੱਚ 1 ਰੁਪਈਆ ਨਹੀਂ ਹੈਗਾ, ਐਜੂਕੇਸ਼ਨ ਲੋਨ ਦਾ ਪ੍ਰੋਸੈਸ ਕੀ ਹੈ? ਕੀ ਤੁਹਾਨੂੰ ਉਹੀ ਚੀਜ਼ ਆ, ਇਹੋ ਜਿਹੀ ਗਰੰਟੀ ਦੇਣ ਜਿਸ ਕਰਕੇ ਤੁਸੀਂ ਪੈਸੇ ਦੋਗੇ? ਇਹ ਪ੍ਰੋਸੈਸ ਕਿਵੇਂ ਕੀ ਹੈ, ਕਿੰਨਾ ਇੰਟਰਸਟ ਲੱਗੂਗਾ, ਕੀ ਸਾਰਾ ਇਹ ਪੂਰੀ ਜਾਣਕਾਰੀ ਦਿਓ। ਸਾਰਿਆਂ ਨਾਲੋਂ ਮੇਨ ਚੀਜ਼ ਇਹ ਹੈਗੀ ਹੈ ਕਿ ਸਾਡਾ ਕੋਲੈਟਰਲ ਫ੍ਰੀ ਆ, ਅਨਸਿਕਿਉਰਡ ਅਸੀਂ ਐਜੂਕੇਸ਼ਨ ਲੋਨ ਕਰਦੇ ਹਾਂ, ਜਿਹੜਾ ਕਿ ਤੁਸੀਂ 5 ਤੋਂ 7 ਤੋਂ 10 ਸਾਲਾਂ ਦੇ ਵਿੱਚ ਵਾਪਸ ਕਰਨਾ ਹੁੰਦਾ। ਇਹ ਵੱਖਰਾ ਟੈਨਿਓਰ ਬਣਦਾ ਹੁੰਦਾ। ਅਨਸਿਕਿਉਰਡ ਐਜੂਕੇਸ਼ਨ ਲੋਨ ਕਰਦੇ ਹਾਂ, ਉਹਦੇ ਵਿੱਚ ਅਸੀਂ ਬੱਚੇ ਦੇ ਮਾਂ-ਬਾਪ ਦੇ ਦੇਖੀ ਦੇ ਫਾਈਨੈਂਸ਼ੀਅਲ ਚੈੱਕ ਕਰੀਦੇ ਆ, ਜਿਹਦੇ ਵਿੱਚ ਬੈਂਕ ਸਟੇਟਮੈਂਟ ਹੋ ਗਈ, ਬੱਚੇ ਦੀ ITR ਹੋ ਗਈ, ਮਦਰ ਫਾਦਰ ਦੀ ITR ਹੋ ਗਈ, ਰੈਜ਼ੀਡੈਂਸ਼ੀਅਲ ਪ੍ਰੂਫ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਚੈੱਕ ਕਰਕੇ ਬੱਚੇ ਨੂੰ ਅਸੀਂ ਪੈਸੇ ਦੇ ਦਿੰਦੇ ਆ। ਹੁਣ ਸਾਡੇ ਕਈ ਬੱਚੇ ਕਹਿ ਦਿੰਦੇ ਆ ਜੀ ਤੁਸੀਂ ਸਾਨੂੰ GIC ਪ੍ਰੋਵਾਈਡ ਕਰੋ। ਬੇਸਿਕਲੀ ਅਸੀਂ ਮੇਨਲੀ ਟਿਊਸ਼ਨ ਫੀਸ ਕਾਲਜ ਦੀ ਪ੍ਰੋਵਾਈਡ ਕਰਦੇ ਆ। ਜੇ ਤੁਸੀਂ GIC ਵੀ ਲੈਣਾ ਚਾਹੁੰਦੇ ਹੋ ਤਾਂ ਉਹਦਾ ਇੱਕ ਹੋਰ ਪ੍ਰੋਟੋਕੋਲ ਸਿਸਟਮ ਹੁੰਦਾ ਜਿਹਦੇ ਵਿੱਚ ਅਸੀਂ ਕੋਲੈਟਰਲ ਸਾਨੂੰ ਚਾਹੀਦੀ ਹੁੰਦੀ, ਕੋਈ ਪ੍ਰਾਪਰਟੀ ਵਗੈਰਾ ਵੀ ਦੇ ਦਿੰਦੇ ਆ, ਜਾਂ ਉਹਨਾਂ ਦਾ ਫਾਈਨੈਂਸ਼ੀਅਲ ਸਟਰਕਚਰ ਹੀ ਬਹੁਤ ਜ਼ਿਆਦਾ ਸਟਰੋਂਗ ਆ, ਫਿਰ ਅਸੀਂ GIC ਵੀ ਪ੍ਰੋਵਾਈਡ ਕਰਦੇ। ਮੇਨਲੀ ਅਸੀਂ ਟਿਊਸ਼ਨ ਫੀਸ ਦੇ ਉੱਪਰ ਕੰਮ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਕਾਲਜ ਦੀ ਟਿਊਸ਼ਨ ਫੀਸ, ਚਾਹੇ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦਾ, ਚਾਹੇ ਉਹ ਕੈਨੇਡਾ ਪੜ੍ਹਨ ਜਾਣਾ ਚਾਹੁੰਦਾ, ਚਾਹੇ ਉਹ UK ਪੜ੍ਹਨ ਜਾਣਾ ਚਾਹੁੰਦਾ, ਮੇਨਲੀ ਅਸੀਂ ਇਸ ਚੀਜ਼ ਦੇ ਉੱਪਰ ਕੰਮ ਕਰਦੇ ਹਾਂ। ਜੇ ਕਿਸੇ ਸਟੂਡੈਂਟ ਨੂੰ ਤੁਸੀਂ 7 ਜਾਂ 8 ਲੱਖ ਰੁਪਏ ਦੇਤਾ, 7-8 ਲੱਖ ਰੁਪਏ ਦੀ ਕਿੰਨੀ EMI ਬਣੇਗੀ? ਮੋਟੀ ਦੱਸ ਦਿਓ। ਉਹ ਕਿੰਨੇ ਸਾਲ ਬਣਨਗੇ? 8 ਲੱਖ ਰੁਪਏ ਦੇਤਾ ਐਜੂਕੇਸ਼ਨ ਲੋਨ ਤੇ, ਬੱਚਾ ਬਾਹਰ ਚਲਾ ਜਾਂਦਾ ਵਿਦੇਸ਼ ਦੇ ਵਿੱਚ, ਕਿੰਨੇ ਸਾਲਾਂ ਦੀ EMI ਤੇ ਕਿੰਨੇ ਪੈਸੇ ਬਣਨਗੇ? ਹੁਣ ਜੇ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਨ ਲਈ ਜਾਣਾ ਚਾਹੁੰਦੇ ਹੋ, ਤੁਹਾਡੇ 7 ਬੈਂਡ ਆ, ਮਿਨੀਮਮ ਜੇ 7 ਸਕੋਰ ਹੈਗਾ, ਅਸੀਂ ਅਨਸਿਕਿਉਰਡ ਐਜੂਕੇਸ਼ਨ ਲੋਨ ਵਿਦਆਊਟ ਇੰਟਰਸਟ ਪੈਸੇ ਦੇ ਦੇਵਾਂਗੇ। ਯਾਨੀ ਕਿ ਜੋ ਤੁਸੀਂ ਪੈਸੇ ਸਾਡੇ ਤੋਂ ਲਓਗੇ ਉਨੇ ਹੀ ਵਾਪਸ ਕਰਨੇ ਆ।
ਬਹੁਤ ਵੱਡੀ ਗੱਲ ਤੁਹਾਡੇ ਚੈਨਲ ਤੇ ਕਹਿ ਰਿਹਾ। ਸ਼ਰਤ ਕੀ ਹੋਏਗੀ ਉਹਦੇ ਵਿੱਚ ਵੀ ਫਾਈਲ ਤੁਹਾਡੇ ਕੋਲ ਲੱਗੀ? ਫਾਈਲ ਸਾਡੇ ਕੋਲ ਹੀ ਲੱਗਣੀ ਆ, ਓਬਵੀਅਸਲੀ ਗੱਲ ਆ, ਤਾਂ ਸਾਡੇ ਕੋਲ ਹੀ ਲੱਗੂਗੀ। ਜੇ ਤੁਸੀਂ ਸਾਡੇ ਥਰੂ ਜਾਓਗੇ ਤਾਂ ਹੀ ਵਿਦਆਊਟ ਇੰਟਰਸਟ ਅਸੀਂ ਤੁਹਾਨੂੰ ਪੈਸੇ ਦੇ ਪਾਵਾਂਗੇ। ਅਦਰਵਾਈਜ਼ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਿਸੇ ਹੋਰ ਤੋਂ ਫਾਈਲ ਪ੍ਰੋਸੈਸ ਕਰਾ ਲਈਏ ਜਾਂ ਕੋਈ XYZ ਕਿਸੇ ਕੰਸਲਟੈਂਟ ਕੋਲ ਲੱਗੀ ਹੋਈ ਆ, ਫਿਰ ਅਸੀਂ ਪੈਸੇ ਵੀ ਨਹੀਂ ਦੇ ਪਾਵਾਂਗੇ। ਫਾਈਲ ਤਾਂ ਲਾਉਣ ਦੀ ਬਹੁਤ ਦੂਰ ਦੀ ਗੱਲ। ਫਾਈਲ ਦੇ ਚਾਰजेस ਕਿੰਨੇ ਲੈਣੇ ਜੇ ਤੁਸੀਂ ਕਹਿੰਦੇ? ਫਾਈਲ ਦੇਖੋ, ਫਾਈਲ ਚਾਰਜ ਸਿੰਪਲ ਜੀ ਹੈ, ਜਿੱਥੇ ਪੈਸੇ ਹੀ ਦੇਣੇ ਆ ਫਿਰ ਉਹ ਸਾਰਾ ਕੁਝ ਵਿੱਚ ਹੀ ਆ ਜਾਂਦਾ। ਇੰਸਟਾਲਮੈਂਟ ਦੇ ਵਿੱਚ ਹੀ ਪੈਸੇ, ਸਾਡੀ ਫੀਸ ਵੀ ਆ ਜਾਣੀ ਹੈ। ਬੇਸਿਕਲੀ ਸਾਡੀ 25,000 ਰੁਪਈਆ ਫਾਈਲ ਚਾਰजेस ਹੁੰਦੇ ਆ, ਉਹ ਵੀ ਇੰਸਟਾਲਮੈਂਟ 'ਚ ਹੀ ਆ ਜਾਂਦੇ ਆ। ਇਮੀਗ੍ਰੇਸ਼ਨ ਦੇ ਵਿੱਚ ਕਿਹੜੀ ਕੰਟਰੀ ਵਿੱਚ ਭੇਜਦੇ ਹੋ ਬਾਹਰ? ਮੇਨਲੀ ਅਸੀਂ ਕੈਨੇਡਾ ਕਰ ਰਹੇ ਹਾਂ, ਆਸਟ੍ਰੇਲੀਆ ਕਰ ਰਹੇ ਹਾਂ, UK ਦੇ ਵਿੱਚ ਅਸੀਂ ਡੀਲ ਕਰ ਰਹੇ ਹਾਂ। ਜਿਹੜੇ ਬੱਚੇ ਬੈਂਡ ਸਕੋਰ ਲੈ ਕੇ ਬੈਠੇ ਆ ਵਿਦਆਊਟ ਆਈਲਟਸ ਦੇ ਵਿੱਚ ਵੀ ਡੀਲ ਕਰਦੇ ਆ। ਅਗਰ ਤੁਸੀਂ UK ਜਾਣਾ ਚਾਹੁੰਦੇ ਹੋ, ਤੁਹਾਡੇ ਮਿਨੀਮਮ 60% ਨੰਬਰ ਹੋਣੇ ਚਾਹੀਦੇ ਆ ਜੇ ਵਿਦਆਊਟ ਆਈਲਟਸ ਤੁਸੀਂ ਪ੍ਰੋਸੀਡ ਕਰਨਾ ਚਾਹੁੰਦੇ ਹੋ। ਹੁਣ ਠੱਗੀ ਵਾਲੀ ਗੱਲ ਧਿਆਨ ਨਾਲ, 100% ਗਰੰਟੀ ਵੀਜ਼ਾ ਇਹ ਲਿਖਿਆ ਹੁੰਦਾ ਕਈਆਂ ਦੇ ਬੋਰਡਾਂ ਦੇ ਬਾਹਰ। ਜੀ ਜੀ, ਇਹ ਫਰੋਡ ਹੈ ਕਿ ਵਾਕਈ ਵੀਜ਼ਾ ਲੱਗ ਜਾਂਦਾ 100% ਗਰੰਟੀ? ਕਿ ਤੁਸੀਂ ਗਰੰਟੀ ਦਿੰਦੇ ਹੋ ਕਿ ਵੀਜ਼ਾ ਲੱਗੂਗਾ 100%? ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, 100% ਵਾਲੀ ਗੱਲ ਬਿਲਕੁਲ ਝੂਠ ਹੁੰਦੀ ਹੈ। ਦੇਖੋ, ਅਸੀਂ ਕਿਸੇ ਦੇ ਲਾਇਰ ਤੇ ਜ਼ਰੂਰ ਬਣ ਸਕਦੇ ਹਾਂ, ਪਰ ਜੇ ਤੁਸੀਂ ਕਹੋ ਕਿ ਉਸ ਬੰਦੇ ਦੀ ਫਾਈਲ ਤੇ ਜੱਜਮੈਂਟ ਦੇ ਦਈਏ, ਉਹਦਾ ਅਧਿਕਾਰ ਸਾਡੇ ਕੋਲ ਨਹੀਂ ਹੈ। ਉਹਦਾ ਅਧਿਕਾਰ ਸਿਰਫ ਹਾਈ ਕਮਿਸ਼ਨ ਦੇ ਕੋਲ ਹੈ। ਹਾਈ ਕਮਿਸ਼ਨ ਨੇ ਹੀ ਵੀਜ਼ਾ ਦੇਣਾ ਹੁੰਦਾ। ਇੱਕ ਕੰਸਲਟੈਂਟ ਦਾ ਕੰਮ ਬੱਚੇ ਦੀ ਫਾਈਲ ਦੇ ਉੱਪਰ ਵਰਕ ਕਰਨਾ ਹੁੰਦਾ, ਉਹਦੀ SOP ਨੂੰ ਧਿਆਨ ਦੇ ਵਿੱਚ ਰੱਖਣਾ ਹੁੰਦਾ, ਉਹਦੀ ਫਾਈਨੈਂਸ਼ੀਅਲ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਸਟੀਫਾਈ ਕਰਨਾ ਹੁੰਦਾ। ਇਹ ਇੱਕ ਕੰਸਲਟੈਂਟ ਦਾ ਕੰਮ ਹੈ। ਜੇ ਮੈਂ ਇਹ ਗੱਲ ਕਹਾਂ ਕਿ ਮੈਂ ਤੁਹਾਡੀ ਫਾਈਲ ਦੇ ਉੱਪਰ 100% ਰਿਜ਼ਲਟ ਲਿਆ ਕੇ ਰੱਖ ਦਾਂਗਾ ਜਾਂ ਤੁਹਾਨੂੰ 100% ਵੀਜ਼ਾ ਦੇ ਦਾਂਗਾ, ਦੈਟ ਇਜ਼ ਕੰਪਲੀਟਲੀ ਰੋਂਗ। ਮੈਂ ਡਿਨਾਈ ਕਰਦਾ, ਇਹ ਫਰਾਡ ਹੈ, ਬਿਲਕੁਲ ਸਰਾਸਰ ਫਰਾਡ ਹੈ। ਡਿਸੀਜਨ ਸਿਰਫ ਵੀਜ਼ਾ ਆਫੀਸਰ ਨੇ ਹੀ ਦੇਣਾ ਹੁੰਦਾ। ਡਿਸੀਜਨ ਸਿਰਫ ਵੀਜ਼ਾ ਆਫੀਸਰ ਦੇ ਹੱਥ ਦੇ ਵਿੱਚ ਹੁੰਦਾ। ਕੋਈ ਕੰਸਲਟੈਂਟ ਇਹ ਗੱਲ ਦਾਅਵਾ ਕਰਦਾ ਕਿ ਅਸੀਂ ਜੀ ਤੁਹਾਨੂੰ 100% ਵੀਜ਼ਾ ਦੇ ਦਾਂਗੇ, ਦੈਟ ਇਜ਼ ਕੰਪਲੀਟਲੀ ਰੋਂਗ। ਇਹ ਬੱਚੇ ਨੂੰ ਕਦੇ ਵੀ ਇਸ ਗੱਲ ਤੇ 100% ਯਕੀਨ ਨਹੀਂ ਦਿਖਾਉਣਾ ਚਾਹੀਦਾ। ਤੁਸੀਂ ਅੰਦਰ ਗੱਲ ਇੱਕ ਸੁਣਾ ਵੀ ਦੇ ਸੀ ਕਿ ਇੱਕ ਲੜਕੀ ਬਾਹਰ ਜਾਂਦੀ ਹੈ ਕੈਨੇਡਾ ਦੇ ਵਿੱਚ, ਤੁਸੀਂ ਉਹਦੀ EMI ਲੈਦੇ ਹੋ 11,500 ਰੁਪਈਆ। ਬਿਲਕੁਲ। ਘੱਟੋ ਘੱਟ ਕਿੰਨੇ ਮੰਥਲੀ ਤੁਹਾਨੂੰ ਪੈਸੇ ਦੇਣੇ ਪੈਣੇ ਨੇ? ਕਿੰਨੀ EMI ਹੈ? ਕੋਈ 11,000 ਤੋਂ ਘੱਟ ਵੀ ਹੈਗੀ ਹੈ ਕਿ 9,000 8,000 ਹੈਗੀ ਹੈ ਕਿ ਜ਼ਿਆਦਾ ਵੀ ਹੈਗੀ ਹੈ? ਦੇਖੋ, ਸਾਡੀ EMI ਮੈਂ ਤੁਹਾਨੂੰ ਦੱਸ ਰਿਹਾ ਕਿ ਬੜੀ ਨੋਮੀਨਲ ਜੀ ਹੁੰਦੀ ਆ, 10 ਤੋਂ 11,000, 11 ਤੋਂ 12,000 ਰੁਪਏ। ਕੋਈ ਕੇਸ ਹੋਊਗਾ ਮੈਕਸਿਮਮ 15 ਤੱਕ ਜਾਂਦੀ ਹੈ ਪਰ ਮੰਥ। ਹਾਂਜੀ, ਪਰ ਮੰਥ। ਮਤਲਬ ਕਿ ਤੁਸੀਂ 5-6 ਸਾਲਾਂ ਦੇ ਵਿੱਚ ਤੁਹਾਨੂੰ ਪੈਸੇ ਵਾਪਸ ਕਰਨੇ ਆ, ਇੰਟਰਸਟ ਫ੍ਰੀ ਤਾਂ ਪੈਸੇ ਆ, ਤੁਸੀਂ ਉਦਾਂ ਹੀ ਸਾਨੂੰ ਵਾਪਸ ਕਰ ਦੇਣੇ ਆ। ਉਹਦੀ ਕਿਸ਼ਤਾਂ ਬਣ ਜਾਣੀ 11 ਪਰ ਤੁਸੀਂ ਆਪੇ ਡਿਵਾਈਡ ਕਰਕੇ ਦੇਖ ਲਓ, ਜਿੰਨਾ ਲੋਨ ਲਓਗੇ ਉਹਦੀਆਂ 5 ਤੋਂ 7 ਸਾਲ ਦੀਆਂ ਕਿਸ਼ਤਾਂ ਬਣਾ ਲਓ, ਇੰਟਰਸਟ ਫ੍ਰੀ ਉਹਦੀਆਂ ਡਿਵਾਈਡ ਕਰ ਲਓ ਤੁਸੀਂ। ਅੱਛਾ, ਹੁਣ ਤੁਹਾਡੇ ਕੋਲ ਫਾਈਲ ਲੱਗੀ, ਜੇ ਫਾਈਲ ਅੱਗੇ ਵੀਜ਼ਾ ਨਹੀਂ ਮਿਲਿਆ, ਜੇ ਅੱਗੇ ਇਮੀਗ੍ਰੇਸ਼ਨ ਨੇ ਵੀਜ਼ਾ ਨਹੀਂ ਦਿੱਤਾ, ਜੋ ਫਾਈਲ ਦੇ ਚਾਰजेस ਨੇ ਉਹ ਫਿਰ ਵਾਪਸ ਦੋਗੇ ਕਿ ਉਹ ਚਾਰजेस ਚਲੇ ਜਾਣਗੇ? ਉਹ ਚਾਰਜ ਅਸੀਂ ਕੀਤੇ ਹੀ ਕਦੋਂ ਆ? ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹ ਅਸੀਂ ਕਿਸ਼ਤਾਂ ਦੇ ਵਿੱਚ ਹੀ ਪੈਸੇ ਵਾਪਸ ਲੈ ਲੈਣੇ ਆ। ਜਿਹੜੀ ਫਾਈਲ ਚਾਰजेस ਹੋਣਗੇ, ਜੇ ਫਾਈਲ ਇਨ ਕੇਸ ਰਿਜੈਕਟ ਹੋ ਜਾਂਦੀ ਆ ਤਾਂ ਉਹ ਕਿਸ਼ਤਾਂ ਦੇ ਵਿੱਚ ਜਿਹੜੇ ਪੈਸੇ ਲੈਣੇ ਸੀ ਫਾਈਲ ਡਿਨਾਈ ਹੋ ਜਾਣਗੇ, ਉਸ ਲੈਣੇ ਹੀ ਨਹੀਂ ਹੈਗੇ। ਸਮਾਨ ਲੈਂਦੇ ਸੁਣਿਆ ਸੀ, ਕਹਿੰਦੇ AC ਲੈ ਲਓ, ਗੱਡੀ ਲੈ ਲਓ, ਪਰ ਤੁਸੀਂ ਤਾਂ ਕਿਸ਼ਤਾਂ ਦੇ ਵਿੱਚ ਹੀ ਬਾਅਦ ਬੱਚਿਆਂ ਨੂੰ ਭੇਜਦੇ ਹੋ ਵਿਦੇਸ਼ਾਂ 'ਚ। ਬਿਲਕੁਲ ਭੇਜ ਰਹੇ ਆ ਜੀ। ਤੁਸੀਂ ਮੇਰੇ Facebook ਚੈੱਕ ਕਰੋ, ਮੇਰੇ YouTube ਚੈਨਲ ਚੈੱਕ ਕਰੋ, ਉੱਥੇ ਤੁਹਾਨੂੰ ਬੱਚੇ ਬਥੇਰੇ ਮਿਲ ਜਾਣਗੇ ਜਿਨ੍ਹਾਂ ਤੋਂ ਤੁਸੀਂ ਸੁਣ ਸਕਦੇ ਹੋ ਕਿ ਉਹਨਾਂ ਦੇ ਸਾਡੀ ਕੰਪਨੀ ਦੇ ਬਾਰੇ ਕੀ ਰਿਵਿਊ ਆ, ਉਹਨਾਂ ਨੂੰ ਅਸੀਂ ਸਰਵਿਸ ਦਿੱਤੀ ਆ ਜਾਂ ਨਹੀਂ ਦਿੱਤੀ, ਉਹਨਾਂ ਦੇ ਜ਼ਮੀਨ ਰੱਖੀ ਆ ਜਾਂ ਨਹੀਂ ਰੱਖੀ। ਮੈਂ ਜੇ ਇਹ ਗੱਲ ਕਹਿਣਾ ਕਿ ਮੈਂ ਤੁਹਾਨੂੰ ਅਨਸਿਕਿਉਰਡ ਐਜੂਕੇਸ਼ਨ ਲੋਨ ਦਊਂਗਾ ਤੇ ਡੈਟ ਮੀਨਸ ਮੈਂ ਦਿੰਨਾ, ਮੈਂ ਡਿਲੀਵਰ ਕੀਤਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਕਿਸੇ ਵੀ ਪ੍ਰਮੋਸ਼ਨ ਦਾ ਫਾਇਦਾ ਤਾਂ ਹੁੰਦਾ ਜੇ ਅਸੀਂ ਉਸ ਚੀਜ਼ ਨੂੰ ਐਡਰੈਸ ਕਰਕੇ ਡਿਲੀਵਰ ਕਰਦੇ ਹਾਂ, ਤੇ ਅਸੀਂ ਡਿਲੀਵਰ ਕੀਤਾ, 100% ਰਿਜ਼ਲਟ ਦੇ ਰਹੇ। ਕਿੰਨੇ ਬੱਚੇ ਬਾਹਰ ਭੇਜੇ ਨੇ ਹੁਣ ਤੱਕ? ਤੁਸੀਂ ਵੀ Facebook ਚੈਨਲ ਤੇ ਚੈੱਕ ਕਰੋ ਮੇਰੇ। ਨਹੀਂ, ਤੁਸੀਂ ਦੱਸ ਦਿਓ ਕਿੰਨੇ ਭੇਜੇ ਨੇ। ਮੈਂ ਕਹਿੰਦਾ 100-150 ਬੰਦਾ ਤਾਂ ਅਸੀਂ ਇਸੇ ਮਤਲਬ ਸਾਲ ਦੇ ਵਿੱਚ ਭੇਜ ਚੁੱਕੇ ਹੋਵਾਂਗੇ ਜੀ। ਰਿਜੈਕਟ ਵੀ ਹੁੰਦੇ ਆ ਕੇਸਿਸ, ਕਈ ਕਹਿ ਦਿੰਦੇ ਜੀ ਅਸੀਂ ਇੰਨੇ ਕਿਸ਼ਤਾਂ ਨਹੀਂ ਦੇ ਸਕਦੇ, ਵਾਪਸ ਵੀ ਮੁੜ ਜਾਂਦੇ ਆ। ਕਿਉਂਕਿ ਹਰ ਇੱਕ ਬੱਚੇ ਦਾ ਸਿਸਟਮ ਵੱਖਰਾ ਵੱਖਰਾ ਹੁੰਦਾ, ਹਰੇਕ ਪਰਿਵਾਰ ਦਾ ਸਿਸਟਮ ਵੱਖਰਾ ਵੱਖਰਾ ਹੁੰਦਾ, ਪਰ ਜਿੰਨੇ ਪਰਿਵਾਰ ਗਏ ਆ ਸਾਰੇ ਸੰਤੁਸ਼ਟ ਆ ਸਾਡੇ ਤੋਂ। ਜਦੋਂ ਹੋਰ ਵੀ ਤੁਸੀਂ ਅਖਬਾਰਾਂ ਪੜ੍ਹਦੇ ਹੋਵੋਗੇ, ਮੀਡੀਆ ਵਿੱਚ ਦੇਖਦੇ ਹੋਵੋਗੇ, ਕਈ ਬੱਚਿਆਂ ਨੇ ਜਾ ਕੇ ਲੜਾਈ ਝਗੜਾ ਵੀ ਹੁੰਦਾ ਹੈ ਇਮੀਗ੍ਰੇਸ਼ਨ ਦੇ ਦਫ਼ਤਰਾਂ ਵਿੱਚ ਜਾ ਕੇ, ਕਹਿੰਦੇ ਨੇ ਕਿ ਅਸੀਂ ਠੱਗੇ ਗਏ। ਇਹ ਇਮੀਗ੍ਰੇਸ਼ਨ ਵਾਲੇ ਠੱਗ ਕਿਵੇਂ ਲੈਂਦੇ ਨੇ ਬੱਚਿਆਂ ਨੂੰ, ਜਿਹੜੇ ਕਰੋੜਾਪਤੀ ਬਣ ਗਏ ਨੇ, ਕਈ ਫੜੇ ਵੀ ਗਏ ਨੇ? ਮੈਂ ਤੁਹਾਨੂੰ ਇੱਕ ਗੱਲ ਦੱਸ, ਅਸੀਂ ਤਾਂ ਠੱਗੀ ਮਾਰਦੇ ਨਹੀਂ, ਨਾ ਸਾਨੂੰ ਪਤਾ। ਨਹੀਂ, ਕੋਈ ਤਰੀਕਾ ਹੀ ਦੱਸ ਦਿਓ ਵੀ ਕਿਵੇਂ ਠੱਗੀ ਵੱਜਦੀ, ਵੀ ਲੋਕ ਅਵੇਅਰ ਹੋ ਜਾਣ। ਮੈਂ ਅਵੇਅਰ, ਦੇਖੋ ਅਵੇਅਰ ਪਤਾ ਕੀ ਚੱਕਰ ਹੈ, ਸਿੰਪਲ ਜੀ ਗੱਲ ਇਹ ਹੈ ਕਿ ਸਾਨੂੰ ਆਪ ਨੂੰ ਅਵੇਅਰ ਹੋਣਾ ਪੈਣਾ। ਜਦੋਂ ਅਸੀਂ ਆਪ ਅਵੇਅਰ ਨਹੀਂ ਨਾ ਹੁੰਦੇ, ਉਦੋਂ ਠੱਗੀ ਵੱਜਦੀ ਹੈ।
ਜਦੋਂ ਸਾਨੂੰ ਜਾਣਦੇ ਹੋਏ ਵੀ ਅਸੀਂ ਪੈਸੇ ਦੇ ਆਉਣੇ ਆ ਨਾ, ਫਿਰ ਠੱਗੀ ਵੱਜਦੀ ਆ। ਅਸੀਂ ਕਹਿੰਦੇ ਆ ਵੀ ਸਾਨੂੰ ਪਤਾ ਹੁੰਦਾ ਕਿ ਇਹ ਗਲਤ ਹੋ ਰਿਹਾ, ਅਸੀਂ ਫਿਰ ਵੀ ਕਹਿ ਦਿੰਦੇ ਚੱਲ ਯਾਰ ਸ਼ਾਇਦ ਕਿਤੇ ਸਹੀ ਹੋ ਜੇ, ਉਦੋਂ ਠੱਗੀ ਵੱਜਦੀ ਆ। ਫਿਰ ਅਸੀਂ ਦਰਖਾਸਤ ਦੇ ਦਿੰਦੇ ਜਾ ਕੇ, ਫਿਰ ਅਸੀਂ ਕਹਿੰਦੇ ਸਾਡੇ ਨਾਲ ਇਹਨੇ ਮਾੜਾ ਕਰ ਲਿਆ, ਫਿਰ ਇਹਨੇ ਸਾਡੇ ਨਾਲ ਠੱਗੀ ਮਾਰੀ ਆ। ਠੱਗੀ ਤੇ ਅਸੀਂ ਆਪ ਖਾਧੀ ਹੈ। ਜੇ ਕਿਸੇ ਕੰਸਲਟੈਂਟ ਦਾ 50% ਹਿੱਸਾ ਨਾ, ਮੈਂ ਕਹਿੰਦਾ ਉਸ ਤੋਂ ਜ਼ਿਆਦਾ ਹਿੱਸਾ ਠੱਗੀ ਖਾਣ ਵਾਲੇ ਦਾ ਹੁੰਦਾ, ਉਹਦਾ ਹੱਥ ਆ। ਉਹਨੇ ਪੈਸੇ ਦਿੱਤੇ, ਉਹਨੇ ਵੈਰੀਫਾਈ ਨਹੀਂ ਕੀਤਾ, ਉਹਨੇ ਫੈਕਟ ਚੈੱਕ ਨਹੀਂ ਕੀਤੇ, ਉਹਨੇ ਕਾਲਜ ਦੀ ਗਾਈਡਲਾਈਨ ਨਹੀਂ ਪੜ੍ਹੀ, ਉਹਨੂੰ ਨਹੀਂ ਪਤਾ, ਪੜ੍ਹੇ ਹੁੰਦੇ ਹੋਏ ਵੀ ਪੈਸੇ ਫੜਾਏ ਉਹਨੇ। ਅੱਛਾ, ਫਿਰ ਕਹਿੰਦੇ ਉਹਨੇ ਠੱਗੀ ਮਾਰ ਲਈ, ਉਹਨੇ ਕੰਮ ਨਹੀਂ ਕਰਾਇਆ। ਅਸੀਂ ਆਪ ਫੈਕਟ ਚੈੱਕ ਕਰੀਏ ਨਾ। ਇੱਕ ਹੋਰ ਵੀ ਜੋ ਬੱਚਿਆਂ ਨੂੰ ਸਮੱਸਿਆ ਆ ਰਹੀ ਹੈ, ਤੁਹਾਡੇ ਕੋਲ ਫਾਈਲ ਲੱਗੀ, ਬੱਚੇ ਚਲੇ ਗਏ ਬਾਹਰ, ਉਸ ਤੋਂ ਬਾਅਦ ਬੱਚਿਆਂ ਦਾ ਜੇ ਕਿਸੇ ਸਮੱਸਿਆ ਆਉਂਦੀ ਬਾਹਰ ਜਾ ਕੇ ਉਹਦੀ ਦੇਖ ਰੇਖ ਕਰਨੀ ਹੋ ਬੱਚਿਆਂ ਦੀ, ਜੋ ਕਿ ਤੁਹਾਨੂੰ ਕੱਲ ਨੂੰ ਫੋਨ ਤੇ ਟਾਈ ਅਪ ਕਰੇ ਕਿ ਪੈਸੇ ਲੈ ਲਏ, ਉਸ ਤੋਂ ਬਾਅਦ ਤੁਹਾਡਾ ਕਿੱਸਾ ਖਤਮ। ਨਹੀਂ, ਸਾਡੇ ਨਾਲ ਤਾਂ ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਨਾ ਵੀ ਜਦੋਂ ਪੈਸਾ ਇਨਵੈਸਟਮੈਂਟ ਸਾਡੀ ਹੋਈ ਆ, ਤੁਹਾਨੂੰ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ, ਸਾਡੇ ਸਾਰਾ ਦਿਨ ਫੋਨ ਚੱਲਦੇ, ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰੋ, ਅਸੀਂ ਹਰ ਵਾਰ ਹਾਜ਼ਰ ਹਾਂ। ਚਾਹੇ ਤੁਸੀਂ ਕੈਨੇਡਾ ਪਹੁੰਚ ਵੀ ਗਏ, ਤੁਹਾਨੂੰ ਕਿਸੇ ਚੀਜ਼ ਦੀ ਸਮੱਸਿਆ ਆ ਗਈ, ਕਾਲਜ 'ਚ ਆ ਗਈ, ਚਾਹੇ ਤੁਹਾਨੂੰ ਵਰਕ ਪਰਮਿਟ ਨੂੰ ਲੈ ਕੇ ਆ ਗਈ, ਚਾਹੇ ਕਿਸੇ ਸਿਸਟਮ ਨੂੰ ਲੈ ਕੇ ਆ ਗਈ, ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਮੌਕੇ 'ਤੇ ਤੁਹਾਡਾ ਹੱਲ ਕਰਾਂਗੇ। ਸਾਡਾ ਤਾਂ ਬੱਚਿਆਂ ਨਾਲ ਰਿਸ਼ਤਾ ਜਿਹੜਾ ਹੈਗਾ 5 ਤੋਂ 10 ਸਾਲ ਦਾ ਬਣਿਆ ਹੋਇਆ। ਤੁਸੀਂ ਸਮਝੋ, ਇੱਕ ਕੰਸਲਟੈਂਟ ਬਾਹਰ ਭੇਜ ਦਿੰਦਾ, ਬੰਦਾ ਬਾਹਰ ਗਿਆ, ਕੰਮ ਖਤਮ। ਇੱਥੋਂ ਬੰਦਾ ਬਾਹਰ ਜਾਂਦਾ, ਸਾਡਾ ਤਾਂ 10 ਸਾਲ ਦਾ ਨਾਤਾ ਜੁੜ ਗਿਆ। EMI ਜਲਦੀ ਪੈਸੇ ਲੈਣੇ, ਅਸੀਂ 10 ਸਾਲ ਸਾਡੇ ਨਾਲ ਟਾਈ ਅਪ 'ਚ ਰਹਿਣਾ। ਉਹਨੇ ਮਾਂ ਪਿਓ ਨੇ ਵੀ ਗੱਲ ਕਰਨੀ, ਉਹਨੇ ਹੋਰ ਭੈਣਾਂ ਭਰਾਵਾਂ ਦੀਆਂ ਸਲਾਹਾਂ ਵੀ ਲੈਣੀਆਂ, ਕਿਉਂਕਿ ਸਰਵਿਸ ਅਸੀਂ ਇਹੋ ਜਿਹੀ ਦਿੰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਕੋਈ ਦਿੰਦਾ ਹੀ ਨਹੀਂ ਪਿਆ ਤੇ ਕੋਈ ਦੇ ਵੀ ਨਹੀਂ ਸਕਦਾ। ਜਗਰਾ ਚਾਹੀਦਾ ਬਾਈ ਜੀ। ਇੱਕ ਬੱਚੇ ਦੇ 15 ਲੱਖ ਰੁਪਏ ਖਰਚਾ ਆਉਂਦਾ ਤੇ ਪੈਸੇ ਦੇਣ ਲਈ ਜਗਰਾ ਚਾਹੀਦਾ। ਲੈਣੇ ਬਹੁਤ ਸੌਖੇ ਆ, ਠੱਗੀ ਮਾਰਨੀ ਬਹੁਤ ਸੌਖੀ ਆ, ਪਰ ਲਾਉਣੇ ਬਹੁਤ ਔਖੇ ਕਿਸੇ ਦੇ ਜਵਾਕ ਦੇ। ਉਹ ਵੀ ਅਨਸਕਿਉਰਡ, ਕੋਈ ਪ੍ਰਾਪਰਟੀ ਨਹੀਂ ਰੱਖਦੇ। ਕੋਈ ਇਹੋ ਜਿਹੀ ਹੈਗੀ ਤੁਹਾਡੇ ਨਾਲ ਠੱਗੀ ਵੱਜ ਗਈ ਹੋਵੇ, ਬੱਚੇ ਨੇ ਲੋਨ ਕਰਾ ਲਿਆ 15 ਲੱਖ ਰੁਪਏ ਦਾ, ਬਾਅਦ ਚਲਾ ਗਿਆ, ਬਾਅਦ ਚੋਂ EMI ਨਹੀਂ ਆਈ ਹੋਵੇ? ਤੁਹਾਨੂੰ ਦੱਸਦਾ, ਜਦ ਮੈਂ ਜਵਾਕਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ, 100 ਦੇ ਵਿੱਚੋਂ ਇੱਕ ਅੱਧਾ ਆ ਜਾਂਦਾ, ਦੇ ਜਾਂਦੇ ਆ, ਕੋਈ ਕਰ ਜਾਂਦੇ ਮਾੜਾ ਮੋਟਾ ਹਾਸੀਆਂ ਖੇਡੀਆਂ ਲਾ ਲੈਂਦੇ ਆ, ਪਰ ਦੇ ਦਿੰਦੇ ਆ ਪੈਸੇ। ਇਹੋ ਜਿਹਾ ਕੋਈ ਕਰਦਾ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਾਈ ਜੀ, ਜਿਹਨੂੰ ਅਸੀਂ ਰੋਟੀ ਪਾਇਆ ਹੋਵੇ ਨਾ, ਉਹ ਤੁਹਾਡੇ ਨਾਲ ਕਦੇ ਮਾੜੀ ਨਹੀਂ ਕਰਦਾ। ਜੇ ਕੋਈ ਬੰਦਾ ਹੀ ਬੇਸ਼ਰਮ ਹੋਵੇ ਤੇ ਫਿਰ ਗੱਲ ਕੀ ਕਹਿਣੀ ਹੈ। ਜੇ ਤੁਸੀਂ ਕਿਸੇ ਤੇ ਸਾਨ ਕਰਤਾ ਨਾ, ਬੰਦਾ ਆਸਾਨ ਮੰਦ ਜ਼ਰੂਰ ਹੋਵੇ, ਜੇ ਬੇਸ਼ਰਮ ਆ ਫਿਰ ਕੁਝ ਵੀ ਹੋ ਸਕਦਾ। ਹੁਣ ਇਹ ਦੱਸ ਦਿਓ, ਥੋੜਾ ਹੋਰ ਪ੍ਰੋਸੈਸ ਡੀਪਲੀ ਦੱਸ ਦਿਓ ਵੀ ਫਾਈਲ ਜੋ ਹੈ ਜੇ ਬਾਹਰੋਂ ਲੱਗਦੀ ਹੈ ਜਾਂ ਤੁਹਾਡੇ ਕੋਲ ਫਾਈਲ ਲਗਾਈ ਜਾਂਦੀ ਹੈ, ਉਹ ਹੋਰ ਮੈਂ ਕਹਿੰਦਾ ਵੀ ਥੋੜਾ ਲੋਕਾਂ ਨੂੰ ਸਮਝ ਲੱਗ ਜਾਵੇ ਸੌਖੇ ਤਰੀਕਾਂ ਦੇ ਨਾਲ। ਜੇ ਤੁਹਾਡੇ ਕੋਲ ਕੋਈ ਬੱਚਾ ਆ ਜਾਂਦਾ ਜਾਂ ਫਾਈਲ ਤੁਹਾਡੇ ਕੋਲ ਲਗਾਵੇ, ਉਹਦੇ ਕੋਲ 1 ਰੁਪਈਆ ਨਹੀਂ ਹੈਗਾ, ਪ੍ਰੋਸੈਸ ਕਿਵੇਂ ਸ਼ੁਰੂ ਕਰਨੇ ਹੋ, ਕੀ ਸਟੈਪ ਨੇ ਉਹਦੇ, ਕਿਵੇਂ ਸਟੈਪ ਰਾਹੀਂ ਤੁਹਾਡੇ ਕੋਲ ਬੱਚੇ ਆਉਣ, ਇਹ ਥੋੜਾ ਹੋਰ ਡਿਟੇਲ 'ਚ ਦੱਸ ਦਿਓ। ਸਿਸਟਮ ਕੀ ਹੈ ਜੀ? ਸਾਰਿਆਂ ਨਾਲ ਪਹਿਲਾਂ ਤਾਂ ਆਫਰ ਲੈਟਰ ਜਿੱਦਾਂ ਸਾਰੇ ਕਾਲਜਸ ਦੇ ਅਪਲਾਈ ਹੁੰਦੇ ਆ ਉੱਦਾਂ ਹੀ ਆ। ਪੈਸੇ ਤੁਸੀਂ ਲੈਣਾ, ਜੇ ਤੁਸੀਂ ਚਾਹੁੰਦੇ ਹੋ ਕਿ ਫਾਈਲ ਅਸੀਂ ਕਿਸੇ ਹੋਰ ਤੋਂ ਲਾਉਣੀ ਆ ਤਾਂ ਓਬਵੀਅਸਲੀ ਸਾਡੇ ਵੱਲੋਂ ਮਨਾ, ਅਸੀਂ ਨਹੀਂ ਕਰਾਂਗੇ ਪ੍ਰੋਸੀਡ। ਜੇ ਤੁਸੀਂ ਚਾਹੁੰਦੇ ਕਿ ਤੁਹਾਡੇ ਕੋਲ ਹੀ ਪ੍ਰੋਸੀਡ ਹੋਣਾ ਆ, ਤੁਹਾਡੇ ਕੋਲ ਅਸੀਂ ਪੈਸੇ ਲੈਣੇ ਆ, ਤਾਂ ਅਸੀਂ ਈਚ ਐਂਡ ਐਵਰੀਥਿੰਗ ਤੁਹਾਡਾ ਆਫਰ ਲੈਟਰ ਤੋਂ ਲੈ ਕੇ, ਐਡਮਿਸ਼ਨ ਤੋਂ ਲੈ ਕੇ, ਫੀਸ ਭਰਨ ਤੋਂ ਲੈ ਕੇ, ਫਾਈਲ ਅੰਬੈਸੀ ਤੱਕ ਪਹੁੰਚਾਉਣ ਤੱਕ ਸਾਰੀ ਸਾਡੀ ਜ਼ਿੰਮੇਵਾਰੀ ਹੋਏਗੀ। ਪਹਿਲਾਂ ਕੋਈ ਪੈਸਾ ਨਹੀਂ ਦੇਣਾ ਕਿਸੇ ਵੀ ਵਿਦਿਆਰਥੀ ਨੂੰ? ਤੁਹਾਨੂੰ ਕੋਈ ਪੈਸਾ ਨਹੀਂ, ਕੋਈ ਪੈਸਾ ਨਹੀਂ ਹੈ ਜੀ। ਆਫਰ ਲੈਟਰ ਦੇ ਅਗਰ ਚਾਰजेस ਕੋਈ ਹੋਣਗੇ ਤਾਂ ਡੈਫੀਨੇਟਲੀ ਕੈਂਡੀਡੇਟ ਨੇ ਪੇ ਕਰਨੇ ਆ। ਅੰਬੈਸੀ ਫੀਸ ਵੀ ਕੈਂਡੀਡੇਟ ਪੇ ਕਰੂਗਾ, ਉਹ ਸਾਡੀ ਕੰਪਨੀ ਨਹੀਂ ਪੇ ਕਰੂਗੀ। ਕੋਈ ਹਿਡਨ ਚਾਰजेस ਆ? ਮੈਂ ਤੁਹਾਨੂੰ ਦੱਸ ਦਿੰਦਾ, ਸਾਡੀ ਕੰਪਨੀ ਸਿਰਫ ਤੇ ਸਿਰਫ ਜਿਹੜਾ ਹੈਗਾ ਟਿਊਸ਼ਨ ਫੀਸ ਪੇ ਕਰਦੀ ਆ। ਕਾਲਜਸ ਦੀਆਂ ਫੀਸਾਂ ਹੋ ਗਈਆਂ, ਚਾਹੇ GIC ਹੋਵੇ, ਉਹ ਸਿਸਟਮ ਸਾਡੇ ਕੋਲ ਹੈਗਾ। ਜੇ ਤੁਸੀਂ ਕਹੋਗੇ ਕਿ ਹੋਰ ਫੁਟਕਲ ਖਰਚੇ ਅਸੀਂ ਕਰ ਦਈਏ, ਉਹ ਅਸੀਂ ਨਹੀਂ ਕਰਨੇ, ਉਹ ਤੁਹਾਨੂੰ ਹੀ ਬੇਅਰ ਕਰਨੇ ਪੈਣਗੇ, ਕਿਉਂਕਿ ਸਾਡਾ ਜੋ ਸਿਸਟਮ ਬਣਿਆ ਹੋਇਆ ਪ੍ਰੋਟੋਕੋਲ, ਅਸੀਂ ਉਸ ਪ੍ਰੋਟੋਕੋਲ ਦੇ ਅਧੀਨ ਹੀ ਕੰਮ ਕਰਦੇ ਹਾਂ। ਅੱਛਾ, ਹਿਡਨ ਚਾਰजेस ਤਾਂ ਨਹੀਂ ਗਏ ਕੋਈ? ਫਿਰ ਬਾਅਦ ਚ ਕਹਿੰਦਾ ਵੀ ਇਹ ਵੀ ਚਾਰजेस ਦਿਓ, ਉਹ ਵੀ ਚਾਰजेस ਹੈਗੇ ਨੇ, ਆਹ ਪੈਸੇ ਲੱਗੇ, ਉਹ ਕਰਦੇ ਕਰਦੇ ਲੱਖ ਰੁਪਏ ਵੈਸੇ ਬਣ ਜਾਂਦਾ। ਹਿਡਨ ਚਾਰजेस ਬਾਈ ਜੀ ਹੁਣ ਪੇਪਰ ਵਰਕ ਤੇ ਜਿਹੜਾ ਕੋਈ ਹੋਊਗਾ ਉਹ ਤਾਂ ਦੇਣੇ ਪੈਣੇ। ਉਹ ਡਿਪੈਂਡ ਕਰਦਾ ਹੁੰਦਾ ਬੱਚਾ ਲੋਨ ਕਿੰਨਾ ਲੈ ਰਿਹਾ। ਕੋਈ 10 ਲੱਖ ਵੀ ਲੈ ਰਿਹਾ, ਕੋਈ 8 ਲੱਖ ਵੀ, ਕੋਈ ਕਹਿੰਦਾ ਅਸੀਂ ਤਾਂ 5 ਲੱਖ ਹੀ ਲੈਣਾ, ਬਾਕੀ ਸਾਡੇ ਕੋਲ ਹੈਗੇ ਆ, ਕੋਈ ਕਹਿੰਦਾ ਸਾਨੂੰ ਸਾਰੇ ਦੇ ਦਿਓ। ਉਹਦਾ ਸਿਸਟਮ ਜਿਹੜਾ ਹੈਗਾ ਹਰੇਕ ਦਾ ਉਸ ਹਿਸਾਬ ਦੇ ਨਾਲ ਚੱਲਦਾ। ਕੋਈ ਨੋਟਰੀ ਚਾਰजेस ਹੋ ਗਏ ਜਾਂ ਹੋਰ ਕੋਈ ਮਾੜੇ ਮੋਟੇ ਖਰਚੇ, ਉਹ ਤਾਂ ਸਾਰੇ ਨੂੰ ਬੱਚੇ ਦੇ ਹੀ ਪੈਣੇ ਹੁੰਦੇ ਆ। ਜਿੰਨੇ ਤੁਸੀਂ ਦਾਅਵੇ ਕੀਤੇ ਨੇ, ਮੈਂ ਕਹਿੰਦਾ ਵੀ ਇੱਕ ਵਾਰੀ ਕੈਮਰੇ ਦੇ ਸਾਹਮਣੇ ਆਪਣਾ ਨੰਬਰ ਬੋਲ ਦਿਓ,
ਵੀ ਲੋਕ ਤੁਹਾਨੂੰ ਜੇ ਪੁੱਛਣ ਤਾਂ ਸਹੀ ਜਵਾਬ ਦਿਓ, ਕਿਉਂਕਿ ਬਿਲਕੁਲ। ਲੋਕ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਉਹ ਠੱਗੇ ਵੀ ਜਾ ਚੁੱਕੇ ਨੇ, ਉਹ ਹੁਣ ਵੀ ਠੱਗੀਆਂ ਵੱਜਦੀਆਂ ਪਈਆਂ ਨੇ। ਆਪਣਾ ਨੰਬਰ ਬੋਲ ਦਿਓ, ਜੇ ਕਿਸੇ ਤੁਹਾਡਾ ਕੰਟੈਕਟ ਕਰਨਾ ਉਹਨੂੰ ਬਿਲਕੁਲ ਸਹੀ ਜਾਣਕਾਰੀ ਤੁਸੀਂ ਦੇ ਸਕਦੇ ਹੋ। ਮੈਂ ਕਹਿੰਦਾ ਜੀ ਬਿਲਕੁਲ ਸਹੀ ਜਾਣਕਾਰੀ, ਪੂਰੇ ਪੰਜਾਬ 'ਚ ਸਾਡੇ ਨੰਬਰ ਚੱਲਦੇ ਆ 98144 51000 ਸਾਡਾ ਕੰਟੈਕਟ ਨੰਬਰ। ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਦੇ ਨਾਲ ਰਾਬਤਾ ਕਾਇਮ ਕਰਕੇ ਅਪਾਇੰਟਮੈਂਟ ਜ਼ਰੂਰ ਲੈ ਕੇ ਆਇਆ ਕਰੋ। ਬਿਨਾਂ ਅਪਾਇੰਟਮੈਂਟ ਤੋਂ ਅਸੀਂ ਨਹੀਂ ਮਿਲਦੇ, ਕਿਉਂਕਿ ਕਈ ਵਾਰ ਰਸ਼ ਜ਼ਿਆਦਾ ਹੋ ਜਾਂਦਾ, ਫਿਰ ਉਹ ਸਾਨੂੰ ਬੱਚਿਆਂ ਨੂੰ ਮਿਲਣਾ ਔਖਾ ਹੋ ਜਾਂਦਾ। ਅਪਾਇੰਟਮੈਂਟ ਲੈ ਕੇ ਆਓ, ਫਿਰ ਹੀ ਤੁਹਾਡੀ ਕੇਸ ਦੇ ਉੱਪਰ ਹੱਲ ਕੀਤਾ ਜਾਵੇ। ਇੱਕ ਆਖਰੀ ਸਵਾਲ ਹੈ, ਜਾਂਦੇ ਜਾਂਦੇ ਕਿਸੇ ਵੀ ਬੱਚੇ ਨੇ ਇੱਥੇ ਆ ਕੇ ਉੱਚਾ ਨੀਵਾਂ ਬੋਲਿਆ ਵੀ ਤੁਸੀਂ ਪੈਸੇ ਖਾ ਗਏ, ਤੁਸੀਂ ਪੈਸੇ ਸਾਡੇ ਵਾਪਸ ਦਿਓ, ਇੰਨੀ ਫੀਸ ਲੱਗੀ ਸੀ, ਉਨੀ ਫੀਸ ਲੱਗੀ ਸੀ, ਇਹ ਗੱਲਾਂ ਹੁੰਦੀਆਂ ਨੇ, ਇਹ ਸਾਹਮਣੇ ਆ ਜਾਂਦੀਆਂ ਨੇ ਗੱਲਾਂ। ਕੱਲ ਨੂੰ ਇਹ ਨਾ ਹੋਵੇ ਵੀ ਤੁਹਾਡੇ ਥੱਲੇ ਲਾਈਨ ਲੱਗੇ ਬੱਚਿਆਂ ਦੀ ਵੀ ਤੁਸੀਂ ਤਾਂ ਪੈਸੇ ਖਾ ਕੇ ਬੱਚਿਆਂ ਦੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ, ਤੇ ਉਹ ਪੈਸੇ ਤਾਂ ਹੁਣ ਕੱਟ ਕੇ ਹੀ ਆਉਣੇ ਆ, $500-400 ਕੱਟ ਲੈਂਦਾ ਕਾਲਜ। ਉਹਦੇ ਉੱਪਰ ਮਾੜਾ ਮੋਟੀ ਕੋਈ ਕਿੰਤੂ ਪਰੰਤੂ ਚੱਲ ਹੁੰਦਾ ਹੀ ਹੈ, ਕਰ ਦਿੰਦਾ ਅਗਲਾ। ਪਰ ਸਾਡੇ ਨਾਲ ਇਹੋ ਜਿਹਾ ਕੋਈ ਕਰਦੇ, ਸਭ ਨੂੰ ਪਤਾ ਹੁੰਦਾ ਕਿ ਇਹ ਚੰਗਾ ਕੰਮ ਕਰ ਰਹੇ ਆ, ਲੋਕ ਭਲਾਈ ਵਾਲਾ ਕੰਮ ਹੀ ਹੈ, ਕੋਈ ਮਾੜੀ ਠੱਗੀ ਕਰ ਰਹੇ। ਜਦ ਤੁਸੀਂ ਅੱਜ ਬੁਲਾ ਕੇ ਇੰਟਰਵਿਊ ਕਰਦੇ, ਮੈਂ ਹੀ ਕਹਿ ਦਿਆ ਵੀ ਕੱਲ ਨੂੰ ਇਹ ਨਾ ਹੋਵੇ ਵੀ ਬੱਚੇ ਥੱਲੇ ਖੜੇ ਹੋਣ ਤੇ ਤੁਹਾਨੂੰ ਲੋਕੀ ਕਹਿ ਜੀ ਨੇ ਪੈਸੇ ਠੱਗ ਲਏ। ਇਹੋ ਜੀ ਬਿਲਕੁਲ ਨਹੀਂ, ਕਦੇ ਨਹੀਂ ਹੋਈ ਬਾਈ ਜੀ, ਨਾ ਉਹ ਬਾਬਾ ਨਾਨਕ ਕਦੇ ਕਰਾਵੇ। ਤੁਸੀਂ ਸਾਰੀ ਗੱਲ ਬਸ ਸੁਣੀਏ। ਸਾਡੇ ਨਾਲ ਮੌਜੂਦ ਸਨ ਰਵੀ ਸਾਹਿਬ। ਇੰਟਰਵਿਊ ਕਰਨਾ ਹੀ ਮਕਸਦ ਸੀ ਕਿ ਕਈ ਬੱਚੇ ਠੱਗੇ ਵੀ ਗਏ ਨੇ, ਠੱਗੇ ਦੇ ਸ਼ਿਕਾਰ ਹੁਣ ਵੀ ਹੁੰਦੇ ਪਏ ਨੇ, ਪਰ ਮੈਂ ਬਾਰ-ਬਾਰ ਇੱਕੋ ਚੀਜ਼ ਕਰਨਾ ਵੀ ਫੋਨ ਕਰਕੇ ਸਾਰੀ ਜਾਣਕਾਰੀ ਤੁਸੀਂ ਲੈਣੀ ਹੈ। ਤੁਹਾਨੂੰ ਚੰਗਾ ਲੱਗਦਾ ਤੁਸੀਂ ਵਿਜ਼ਿਟ ਕਰੋ, ਇਨਕੁਆਇਰੀ ਕਰ ਸਕਦੇ ਹੋ, ਫੋਨ ਨੰਬਰ ਦੇ ਦਿੱਤਾ ਗਿਆ। ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਹੈਗਾ ਜੋ ਤੁਹਾਨੂੰ ਲੱਗੇ ਵੀ ਇੰਟਰਵਿਊ ਵਿੱਚ ਨਹੀਂ ਪੁੱਛਿਆ ਗਿਆ, ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ ਵੀ ਅਗਲੀ ਵਾਰ ਇਹਨਾਂ ਕੋਲ ਕਿਹੜੇ ਸਵਾਲ ਕਰੀਏ, ਜਿਸ ਕਰਕੇ ਤੁਸੀਂ ਕਈ ਸਵਾਲਾਂ ਸੰਤੁਸ਼ਟ ਨਹੀਂ ਵੀ ਹੋ ਸਕਦੇ ਹੋਵੋਗੇ। ਇਸ ਕਰਕੇ ਜਦੋਂ ਵੀ ਕੋਈ ਆਪਣਾ ਕੰਸਲਟੈਂਟ ਚੁਣਦੇ ਹੋ ਤਾਂ ਸੋਚ ਸਮਝ ਕੇ ਚੁਣੋ, ਠੱਗੀ ਤੋਂ ਬਚੋ। ਕਾਗਜ਼ ਜੋ ਹੈ ਉਹ ਪੂਰੇ ਦਿਓ ਆਪਣੇ, ਉਹ ਕਾਗਜ਼ ਪੂਰੇ ਲਓ ਵੀ, ਜੋ ਤੁਸੀਂ ਫੀਸ ਪੇ ਕੀਤੀ ਹੈ ਬਕਾਇਦਾ ਮੰਗਿਆ ਕਰੋ ਕਾਗਜ਼ ਵੀ, ਸਾਨੂੰ ਦੱਸੋ ਵੀ ਕਿੱਥੇ ਪੈਸੇ ਪੇ ਕੀਤੇ ਨੇ, ਤੁਹਾਡੇ ਕੋਲ ਪੂਰਾ ਰਿਕਾਰਡ ਹੋਣਾ ਚਾਹੀਦਾ। ਇਨਕੁਆਇਰੀ ਕਰ ਲਈਏ, ਉਸ ਤੋਂ ਬਾਅਦ ਫੋਨ ਕਰਕੇ ਆਪਣੀ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਲੈ ਸਕਦੇ ਹੋ।